सुन कर तब पंडित ब्रिज लाल। महाराज जी दे बचन सुन के गुरुदेव दा एक कवि सी पंडित ब्रिज लाल, उस वेले बिनती करत पयो तिस काल। हथ जोड़ के कलगीधर पातशाह जी नूं बेनती करके बोलिया, कहन लगा, पातशाह सुन मेरी बात। कहन लगा, हे पातशाह, हे दीन दुनिया दे पातशाह, हे पातशाहां दे पातशाह, हे सच्चे पातशाह, श्री गुरु गोबिंद सिंह साहब जी महाराज जी सुनो मेरी बेनती। एक दिन सुपने में बिख्यात। पंडित ब्रिज लाल जी बोले, महाराज एक दिन मैं सुता पिया ते सुपना आया। तीन अवस्थावां ने साडियां, जागृत, स्वपन और सुखोपति। हुण जाग रहे हैं, लेट गए, अखां बंद ने, सुपना वेख्या, दूसरी सुपन अवस्था, गहरी नींद च चले गए। जिथे सुपना भी खत्म हो जाता है ਉਹਨੂੰ ਸੁਖੋਪਤੀ ਕਹਿੰਦੇ ਨੇ, ਉੱਥੇ ਮਨ ਲੈ ਹੋ ਜਾਂਦਾ ਨਾ। ਸਵਪਨ ਦੇ ਵਿੱਚ ਮਨ ਰਹਿੰਦਾ ਪਰ ਸੁਖੋਪਤੀ ਵਿੱਚ ਮਨ ਲੈ ਹੋ ਜਾਂਦਾ, ਇੰਦਰੀਆਂ ਵੀ ਲੈ ਹੋ ਜਾਂਦੀਆਂ ਨੇ। ਤੋ ਇਸ ਕਰਕੇ ਉੱਥੇ ਗਹਿਰੀ ਅਵਸਥਾ ਵਿੱਚ ਕੇਵਲ ਬੁੱਧੀ ਦਾ ਪ੍ਰਕਾਸ਼ ਰਹਿੰਦਾ ਹੈ, ਉਹਨੂੰ ਅਨੁਭਵ ਹੁੰਦਾ ਹੈ ਬੁੱਧੀ ਨੂੰ, ਸੁਖੋਪਤੀ ਦਾ, ਗਹਿਰੀ ਨੀਂਦ ਦਾ। ਤਦੇ ਅਸੀਂ ਜਦੋਂ ਜਾਗਦੇ ਹਾਂ ਉਦੋਂ ਕਹਿੰਦੇ ਅੱਜ ਬੜੇ ਸੁੱਖ ਦੀ ਨੀਂਦ ਆਈ। ਉਹ ਜਿਹਨੂੰ ਸੁੱਖ ਦੀ ਨੀਂਦ, ਉਹ ਸੁੱਖ ਦਾ ਅਨੁਭਵ ਕਿਹਨੂੰ ਹੋਇਆ? ਬੁੱਧੀ ਨੂੰ ਹੋਇਆ। ਜਦੋਂ ਜਾਗਦੇ ਹਾਂ ਉਦੋਂ ਸਾਡਾ ਮਨ ਔਰ 10 ਇੰਦਰੀਆਂ ਸਾਰੀਆਂ ਕੰਮ ਕਰਦੀਆਂ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਸਥੂਲ। ਜਦੋਂ ਸੌਂ ਗਏ, ਸੁਪਨਾ ਆਇਆ, ਉਦੋਂ ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ ਨਹੀਂ ਕੰਮ ਕਰਦੀਆਂ, ਉਦੋਂ ਕੱਲਾ ਮਨ ਚੱਲਦਾ ਅੰਦਰ। ਜਦੋਂ ਪੂਰੀ ਗਹਿਰੀ ਨੀਂਦ 'ਚ ਚਲੇ ਗਏ, ਉੱਥੇ ਮਨ ਵੀ ਨਹੀਂ ਰਹਿ ਜਾਂਦਾ, ਉੱਥੇ ਕੱਲੀ ਬੁੱਧੀ ਰਹਿ ਜਾਂਦੀ ਹੈ। ਤੋ ਇਹ 3 ਅਵਸਥਾਵਾਂ ਨੇ। ਕਹਿਣ ਲੱਗਾ, ਮਹਾਰਾਜ ਮੈਂ ਸੁਪਨੇ ਵਿੱਚ, ਸੁਪਨਾ ਆਇਆ ਮੈਨੂੰ ਕੁਝ ਦਿਨ ਪਹਿਲਾਂ। ਸੁਪਨਾ ਕਿਹੋ ਜਿਹਾ ਹੁੰਦਾ ਹੈ? ਸੁਪਨਾ ਨਾ ਸੱਤਿਆ ਹੈ ਨਾ ਅਸੱਤਿਆ ਹੈ, ਨਾ ਉਹਨੂੰ ਸੱਚਾ ਕਹਿ ਸਕਦੇ ਆ ਨਾ ਉਹਨੂੰ ਝੂਠਾ ਕਹਿ ਸਕਦੇ ਆ। ਸੱਚ ਇਸ ਕਰਕੇ ਨਹੀਂ ਕਹਿ ਸਕਦੇ ਕਿ ਜਾਗਦਿਆਂ ਖਤਮ ਹੋ ਜਾਂਦਾ, ਝੂਠਾ ਇਸ ਕਰਕੇ ਨਹੀਂ ਕਹਿ ਸਕਦੇ ਵੀ ਉਹ ਦਿਸਦਾ ਹੈ, ਯਾਨੀ ਕਿ ਹੈ ਕੁਝ ਅਵਿਦਿਆ ਵਿੱਚ। ਤੋ ਸਤ ਅਸਤ ਦੋਨੋਂ ਵੀ ਨਹੀਂ ਕਹਿ ਸਕਦੇ, ਸੱਤ ਤੇ ਅਸਤ ਦੋਨੋਂ ਵੀ ਨਹੀਂ ਕਹਿ ਸਕਦੇ, ਵੀ ਸਤ ਅਸਤ ਦੋਵੇਂ ਕਹਿ ਦਈਏ। ਇਸ ਕਰਕੇ ਇਹਨੂੰ ਅਨਰਵਚਨੀਆਂ ਕਹਿੰਦੇ ਹਨ, ਵੀ ਅਨਰਵਚਨੀਆਂ ਖੇਡ ਹੈ ਜਿਸ ਬਾਰੇ ਕੁਝ ਕਿਹਾ ਨਾ ਜਾ ਸਕੇ। ਤੇ ਇੱਕ ਸੁਪਨੇ ਦੀ ਅਵਸਥਾ ਵੀ ਐਸੀ ਹੁੰਦੀ ਹੈ ਜਿੱਥੇ ਸਾਨੂੰ ਧਾਰਮਿਕ ਰੂਪ ਨਜ਼ਰ ਆਉਂਦਾ ਹੈ, ਜਿੱਥੇ ਸਾਨੂੰ ਗੁਰੂ ਪੀਰਾਂ ਦੇ ਦਰਸ਼ਨ ਹੁੰਦੇ ਆ, ਜਿੱਥੇ ਮਹਾਂਪੁਰਖਾਂ ਗੁਰਸਿੱਖਾਂ ਦੇ ਦਰਸ਼ਨ ਹੁੰਦੇ ਆ। ਸੁਪਨੇ ਵਿੱਚ ਜਦੋਂ ਸਾਨੂੰ ਗੁਰਬਾਣੀ ਪੜ੍ਹਦੇ ਹਾਂ, ਅਸੀਂ ਕੋਈ ਧਰਮ ਕਰਮ ਦੇ ਕੰਮ ਕਰਦੇ, ਬੜੇ ਸ਼ੁਭ ਸੁਪਨੇ ਵੀ ਆਉਂਦੇ, ਅਸ਼ੁਭ ਵੀ ਹੁੰਦੇ ਨੇ, ਸ਼ੁਭ ਵੀ ਹੁੰਦੇ ਨੇ। ਅਸ਼ੁਭ ਸੁਪਨੇ ਉਦੋਂ ਆਉਂਦੇ ਨੇ ਜਦੋਂ ਸਾਡੀਆਂ ਵਿਚਾਰਾਂ ਅਸ਼ੁਭ ਹੁੰਦੀਆਂ ਨੇ, ਜਦੋਂ ਮਾੜੇ ਫੁਰਨੇ ਹੁੰਦੇ ਆ, ਮਾੜੀਆਂ ਵਿਚਾਰਾਂ ਹੁੰਦੀਆਂ ਨੇ, ਪਾਪ ਕਰਮ ਦੀ ਅਧਿਕਤਾ ਹੁੰਦੀ ਹੈ, ਉਦੋਂ ਸਾਨੂੰ ਡਰਾਉਣੇ ਜੇ, ਭਿਆਨਕ ਜੇ ਸੁਪਨੇ ਆਉਂਦੇ ਆ। ਜਦੋਂ ਸਾਡੀਆਂ ਵਿਚਾਰਾਂ ਸ਼ੁੱਧ ਹੁੰਦੀਆਂ ਨੇ, ਵਿਚਾਰ ਸ਼ੁਭ ਹੁੰਦੇ ਨੇ, ਉਦੋਂ ਸੁਪਨੇ ਵੀ ਬੜੇ ਸੁੰਦਰ ਆਉਂਦੇ ਹਨ। ਔਰ ਉਹ ਕੈਸੇ ਵੀ ਸੁਪਨੇ ਜਿਨ੍ਹਾਂ ਵਿੱਚ ਸ਼ੁਭ ਭਾਵ ਹੁੰਦੇ ਨੇ। ਕਈ ਸੁਪਨਾ ਐਸਾ ਵੀ ਹੁੰਦਾ ਕਈ ਵਾਰ ਕਿ ਕੋਈ ਐਸਾ ਸੁੰਦਰ ਸੁਪਨਾ ਆਉਂਦਾ, ਉਹਦਾ ਰਸ ਬਣਿਆ ਰਹਿੰਦਾ 5-5 7-7 ਦਿਨ। ਉਹ ਸੁਪਨੇ ਦਾ ਰਸ, ਸੁਪਨਾ ਕਿਹੋ ਜਿਹਾ? ਜਿਹਦੇ ਵਿੱਚ ਕਿਸੇ ਮਹਾਂਪੁਰਸ਼ ਦੇ ਦਰਸ਼ਨ ਹੋਏ, ਕਿਸੇ ਦੇਵ ਰੂਹ ਦੇ ਦੀਦਾਰ ਹੋਏ, ਗੁਰਬਾਣੀ ਪੜ੍ਹਦਿਆਂ ਦੇ ਦਰਸ਼ਨ, ਉਹ ਰਸ ਬਣਾ ਦਿੰਦਾ ਉਹ ਸੁਪਨਾ। ਇਸ ਕਰਕੇ ਸੁਪਨੇ ਦੀ ਵੀ ਇੱਕ ਖੇਡ ਹੈ, ਇੱਕ ਜਗਤ ਸੁਪਨੇ ਦਾ ਵੀ ਹੈ। ਸਾਡੇ ਗਲੇ ਦੇ ਵਿੱਚ ਇੱਕ ਬਹੁਤ ਹੀ ਬਰੀਕ ਨਾੜੀ ਹੁੰਦੀ ਹੈ, ਵਾਲ ਨਾਲੋਂ ਵੀ 100 ਹਿੱਸੇ ਬਰੀਕ ਹੁੰਦੀ ਹੈ ਉਹ ਨਾੜੀ। ਵਾਲ ਜਿੰਨਾ ਬਰੀਕ ਹੁੰਦਾ ਉਹਦੇ ਨਾਲੋਂ 100 ਹਿੱਸੇ ਬਰੀਕ ਨਾੜੀ ਹੈ ਸਾਡੇ ਕੰਠ। ਉਦੋਂ ਸਾਡਾ ਮਨ ਉੱਥੇ ਚਲਾ ਜਾਂਦਾ ਹੈ, ਉੱਥੇ ਜਾ ਕੇ ਸੁਪਨੇ ਦੀ ਸਿਰਜਣਾ ਕਰਦਾ। ਹੁਣ ਮਨ ਕਿਹੋ ਜਿਹਾ? ਉਹੋ ਜਿਹਾ ਸੁਪਨਾ। ਜਿਹੋ ਜਿਹਾ ਮਨ ਹੋਵੇਗਾ ਸੁਪਨਾ ਉਹੋ ਜਿਹੇ ਹੋਣਗੇ। ਇਸ ਕਰਕੇ ਸ਼ੁਭ ਵਿਚਾਰਾਂ ਜਿਹੜੀਆਂ ਨੇ ਉਹ ਮਨ 'ਚ ਚਲਦੀਆਂ ਰਹਿਣੀਆਂ ਚਾਹੀਦੀਆਂ, ਤਾਂ ਜੋ ਸੁਪਨਾ ਆਵੇ ਉਹ ਵੀ ਸ਼ੁਭ ਹੀ ਆਵੇ। ਤੇ ਜਦੋਂ ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ, ਭਾਈ ਵੀਰ ਸਿੰਘ ਨੂੰ ਆਇਆ ਸੁਪਨਾ, ਜਦੋਂ ਸੁਪਨਾ ਆਇਆ ਤੇ ਕਹਿੰਦੇ, ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ, ਅਸਾਂ ਧਾਗਾ ਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ, ਅਸਾਂ ਧਾਗਲ ਵਕੜੀ ਪਾਈ, ਗਲ ਵਕੜੀ ਪਾ ਘੁੱਟ ਲਾਂ, ਪਰ ਨਿਰਾ ਨੂਰ, ਪ੍ਰਕਾਸ਼ ਹੀ ਪ੍ਰਕਾਸ਼ ਸੀ।
ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਸੁਪਨੇ ਵਿੱਚ ਨਾ ਅਸੀਂ ਕਿਸੇ ਚੀਜ਼ ਨੂੰ ਪਕੜ ਨਹੀਂ ਸਕਦੇ, ਕਦੇ ਤੁਸੀਂ ਅਨੁਭਵ ਕੀਤਾ ਹੋਣਾ। ਕਿਸੇ ਨੂੰ ਫੜਨਾ ਚਾਹੋਗੇ ਨਾ, ਜ਼ੋਰ ਲਾਓਗੇ ਫੜ ਕੇ ਉਹਨੂੰ, ਤੁਸੀਂ ਫੜ ਨਹੀਂ ਸਕੋ, ਤੁਹਾਡੇ ਹੱਥ 'ਚ ਛੁੱਟਦਾ ਚਲਿਆ ਜਾਂਦਾ। ਐਸਾ ਹੁੰਦਾ ਸੁਪਨਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ, ਆਓ ਸੁਭਾਗੀ ਨੀਂਦੜੀਏ, ਮਤ ਸੋ ਦੇਖਾਂ ਸੋਏ। ਸੁਪਨੇ ਆਇਆ ਭੀ ਗਿਆ। ਭਾਈ ਗੁਰਦਾਸ ਨੂੰ ਆਇਆ ਸੁਪਨਾ, ਤੇ ਭਾਈ ਗੁਰਦਾਸ ਸਾਹਿਬ ਨੂੰ ਜਦੋਂ ਸੁਪਨਾ ਆਇਆ, ਗੁਰੂ ਹਰਗੋਬਿੰਦ ਸਾਹਿਬ ਦਾ ਕਾਂਸ਼ੀ 'ਚ ਸਨ ਉਦੋਂ ਭਾਈ ਗੁਰਦਾਸ ਜੀ, ਤੇ ਸੁਪਨਾ ਆਇਆ, ਬੜੀ ਮਨ 'ਚ ਤਾਂਘ ਸੀ ਵੀ ਦਰਸ਼ਨ ਹੋਣ। ਅੱਜ 6ਵੇਂ ਪਾਤਸ਼ਾਹ ਦਰਸ਼ਨ ਦਿਓ। ਤੇ ਸੁਪਨੇ ਦੇ ਵਿੱਚ ਜਦੋਂ ਦਰਸ਼ਨ ਹੋਏ, ਤੇ ਸੁਪਨਾ ਫਿਰ ਰਹਿੰਦਾ ਨਹੀਂ ਨਾ ਸਦਾ, ਉਹ ਟੁੱਟ ਜਾਂਦਾ। ਤੇ ਭਾਈ ਸਾਹਿਬ ਦਾ ਜਦੋਂ ਸੁਪਨਾ ਟੁੱਟਿਆ, ਤੇ ਉਹਨਾਂ ਨੇ ਵੀ ਫਿਰ ਕਬਿੱਤ ਉਚਾਰਿਆ, ਕਾਂਸ਼ੀ 'ਚ ਬੈਠਿਆਂ। ਕੀ ਕਹਿੰਦੇ? ਸੋਪਨ ਚਰਿਤ੍ਰ ਚਿੱਤਰ ਬਾਨਕ ਬਨੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਪਰਮ ਦਇਆਲ ਲਾਲ। ਆਹ ਬੜੇ ਦਿਆਲੂ ਨੇ ਸਾਹਿਬ, ਬੜੇ ਲਾਲ ਸੁੰਦਰ ਨੇ। ਪਰਮ ਦਇਆਲ ਲਾਲ ਲੋਚਨ ਵਿਸਾਲ, ਅੱਖਾਂ ਮੋਟੀਆਂ ਮੋਟੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਦੀਆਂ। ਲੋਚਨ ਵਿਸਾਲ, ਪਰਮ ਦਇਆਲ ਲਾਲ ਲੋਚਨ ਵਿਸਾਲ, ਮੁਖ ਬਚਨ ਰਸਾਲ, ਮਦ ਮਧੁਰ ਪਿਆਏ ਹੈ। ਬੜੇ ਮਿੱਠੇ ਬੋਲ ਨੇ ਮਹਾਰਾਜ ਜੀ ਦੇ। ਸੋਭਤ ਸੇ ਜਾਸਨ ਬਿਲਾਸਨ ਦਯੰਕਮਾਲ, ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ, ਚਾਤਰਕ ਸ਼ਬਦ ਸੁਨ ਅੱਖੀਆਂ ਉਘਰ ਗਈ, ਭਈ ਜਲ ਮੀਨ ਗਤ ਬਿਰਹਾ ਜਗਾਏ ਹੈ, ਸੁਪਨ ਚਰਿਤ ਚਿੱਤਰ। ਆਏ ਨੇ ਅੱਗੇ ਸੁਪਨੇ ਵਿੱਚ, ਸੁਪਨ ਵਿੱਚ। ਪੰਡਤ ਬ੍ਰਿਜ ਲਾਲ ਨੂੰ ਵੀ ਸੁਪਨੇ ਕੇ ਦਰਸ਼ਨ ਹੋਏ। ਕਿਹਨਾਂ ਦੇ ਹੋਏ ਆ ਦੱਸਦੇ ਹਨ। ਹਾਂਜੀ, ਸ਼੍ਰੀ ਨਾਨਕ ਕੋ ਦਰਸ਼ਨ ਕੀਨੋ। ਮਹਾਰਾਜ ਆ ਜਿਹੜੇ ਦਿਨ ਲੰਘੇ ਆ 2-3 ਦਿਨ ਪਹਿਲਾਂ, ਮਹਾਰਾਜ ਮੈਨੂੰ ਸੁੱਤੇ ਪਏ ਨੂੰ ਸੁਪਨਾ ਆਇਆ। ਪੰਡਤ ਬ੍ਰਿਜ ਲਾਲ ਜੀ ਕਹਿੰਦੇ, ਇਹ ਕਵੀ ਸਨ ਮਹਾਰਾਜ ਜੀ ਦੇ। ਸੁਪਨੇ ਵਿੱਚ ਮੈਨੂੰ ਜਗਤ ਗੁਰੂ ਦੀਨ ਦੁਨੀਆ ਦੇ ਮਾਲਕ ਜਾਹਰ ਪੀਰ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਨੇ। ਸਤਿਗੁਰੂ ਜੀ ਮੈਨੂੰ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋਏ ਹਨ। ਜਨਮ ਕਿਰਤਾਰਥ ਮੈਂ ਨਿਜ ਚੀਨੋ। ਮੈਂ ਇਹ ਜਾਣ ਲਿਆ ਕਿ ਜੇ ਸੁਪਨੇ ਵਿੱਚ ਵੀ ਮੈਨੂੰ ਉਹਨਾਂ ਦੀ ਝਲਕ ਦਿਸ ਗਈ ਹੈ, ਇਹਦੇ ਨਾਲ ਹੀ ਮੇਰਾ ਜਨਮ ਕਿਰਤਾਰਥ ਹੋ ਗਿਆ, ਇੱਕ ਝਲਕ ਨਾਲ ਹੀ। ਤੇ ਮਹਾਰਾਜ ਜੀ ਦੇ ਸੁਪਨੇ ਵਿੱਚ ਜਿਹੜੇ ਮੈਨੂੰ ਦਰਸ਼ਨ ਹੋਏ ਨੇ ਨਾ, ਇਹਦੇ ਨਾਲ ਹੀ ਮੇਰਾ ਜੀਵਨ ਕਿਰਤਾਰਥ ਹੋ ਗਿਆ, ਮੇਰੀ ਜ਼ਿੰਦਗੀ ਸਫਲ ਹੋ ਗਈ ਹੈ। ਪਰਮ ਅਰਥ ਜਪਜੀ ਕੋ ਹੋਏ। ਮਹਾਰਾਜ ਸੁਪਨੇ ਵਿੱਚ ਮੈਨੂੰ ਜਪਜੀ ਸਾਹਿਬ ਦੇ ਬੜੇ ਸ੍ਰੇਸ਼ਟ ਅਰਥ ਕਲਗੀਧਰ ਸਵਾਮੀ ਜੀ ਗੁਰੂ ਨਾਨਕ ਸਾਹਿਬ ਕੋਲੋਂ ਪ੍ਰਾਪਤ ਹੋਏ ਨੇ। ਮੈਨੂੰ ਖੁਦ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦਾ ਮਹਾਤਮ ਦੱਸਿਆ ਸੁਪਨੇ ਵਿੱਚ। ਮੈਨੂੰ ਬੜੇ ਸੁੰਦਰ ਅਰਥ ਸੁਪਨੇ ਵਿੱਚ ਹੀ ਜੋ ਮੈਂ ਉਚਾਰ ਰਿਹਾ ਸੀ। ਬਹੁਤ ਕੁਝ ਐਸਾ ਹੁੰਦਾ ਜਦੋਂ ਅਸੀਂ ਸੁਪਨੇ ਵਿੱਚ ਹੀ ਉਚਾਰਦੇ ਹਾਂ, ਸੁਪਨੇ ਵਿੱਚ ਜਿਹੜਾ ਬੋਲਦੇ ਹਾਂ, ਉਹ ਜੋ ਸੁਪਨੇ ਵਿੱਚ ਬੋਲਿਆ ਸੀ ਮੈਨੂੰ ਹੁਣ ਵੀ ਚੇਤੇ ਹੈ। ਬੜੇ ਪਰਮ ਅਰਥ ਸੁਪਨ ਦੇ ਵਿੱਚ ਮੈਨੂੰ ਉਚਰੇ ਹਨ। ਮੈਂ ਵੀ ਸੁਨਿਓ ਸੁਣਾਵੋ ਸੋਏ। ਜੋ ਮੈਂ ਸੁਣਿਆ ਤੇ ਮੇਰਾ ਚਿੱਤ ਕਰਦਾ ਅੱਜ ਜਪਜੀ ਸਾਹਿਬ ਦੀ ਗੱਲ ਚੱਲ ਪਈ ਹੈ ਤੁਹਾਡੇ ਦਰਬਾਰ ਵਿੱਚ, ਤੇ ਜੋ ਮੈਂ ਸੁਣਿਆ ਉਹ ਮੈਂ ਸੁਣਾਵਾਂ ਇੱਥੇ। ਜੋ ਮੈਂ ਸੁਣਿਆ ਸੁਪਨੇ ਵਿੱਚ ਗੁਰੂ ਨਾਨਕ ਸਾਹਿਬ ਦੇ ਮੁਖੋਂ ਸੁਣਿਆ, ਜਪਜੀ ਦੇ ਅਰਥ ਸੁਣੇ ਨੇ ਮਹਾਰਾਜ। ਮੇਰਾ ਚਿੱਤ ਕਰਦਾ ਕਿ ਜਪਜੀ ਸਾਹਿਬ ਦੀ ਗੱਲ ਚੱਲੀ ਆਪ ਜੀ ਦੇ ਦਰਬਾਰ ਵਿੱਚ, ਜਪਜੀ ਦੇ ਮਹਾਤਮ ਦੀ ਗੱਲ ਚੱਲੀ ਹੈ, ਤੇ ਮੈਂ ਉਹ ਅਰਥ ਆਪ ਜੀ ਨੂੰ ਸੁਣਾਵਾਂ। ਕਰਿਓ ਸ਼ਲੋਕ ਸੁਨਾਵਨ ਚਾਹੋ। ਜੋ ਸ਼ਲੋਕ ਮੈਂ ਉਹਦੇ ਕੀਤੇ ਨੇ ਉਹ ਮੈਂ ਆਪ ਜੀ ਨੂੰ ਸੁਣਾਉਣਾ ਚਾਹੁੰਦਾ ਹਾਂ। ਤੈਂ ਤੇ ਸੁਨ ਜੇ ਤਕ ਮੈਂ ਲਹੋ। ਉਥੋਂ ਸੁਣ ਕੇ ਮੈਂ ਜਿੰਨਾ ਕੁ ਲਿਆ ਜਾਣਿਆ ਹੈ, ਜੋ ਮੈਂ ਜਾਣਿਆ ਹੈ। ਸਤਿਗੁਰ ਤਬੇ ਉਚਾਰਨ ਕੀਨੋ। ਜੇ ਆਪ ਜੀ ਦੀ ਆਗਿਆ ਹੋਵੇ ਤਾਂ ਮੈਂ ਸੁਣਾਵਾਂ।
ਜਦੋਂ ਕਲਗੀਧਰ ਜੀ ਨੇ ਪੰਡਤ ਬ੍ਰਿਜਲਾਲ ਜੀ ਦੇ ਬਚਨ ਸੁਣੇ, ਸੁਣ ਕੇ ਕਲਗੀਧਰ ਜੀ ਬੋਲੇ, ਗੁਰ ਘਰ ਕੋ ਪੰਡਤ ਮਤ ਪੀਨੋ। ਮਹਾਰਾਜ ਜੀ ਕਹਿੰਦੇ, ਪੰਡਤ ਬ੍ਰਿਜਲਾਲ ਜੀ ਤੁਸੀਂ ਗੁਰੂ ਘਰ ਦੇ ਪੰਡਤ ਹੋ। ਉਹ ਪੰਡੇ ਨਹੀਂ ਜਿਹੜੇ ਮੰਗਦੇ ਫਿਰਦੇ ਆ, ਉਹ ਪੰਡੇ ਨਹੀਂ ਜਿਹੜੇ ਪਿੰਡ ਤਾਰਦੇ ਫਿਰਦੇ ਆ ਲੋਕਾਂ ਦੇ। ਤੁਸੀਂ ਗੁਰੂ ਘਰ ਦੇ ਪੰਡਤ ਹੋ, ਵਿਦਵਾਨ ਹੋ, ਤੇ ਤੁਸੀਂ ਮਤ ਵਿੱਚ ਪੀਨੋ। ਪੀਨੋ ਦਾ ਮਤਲਬ ਹੁੰਦਾ ਬੜੇ ਸਿਆਣੇ ਹੋ ਮਤ ਕਰਕੇ। ਗੁਰ ਮੈਂ ਤੁਵ ਪ੍ਰਤੀਤ ਹੈ ਭਾਰੀ। ਤੇਰੇ ਮਨ ਵਿੱਚ ਗੁਰੂ ਘਰ ਤੇ ਪ੍ਰਤੀਤ ਹੈ, ਤੁਹਾਡੇ ਮਨ ਵਿੱਚ ਗੁਰੂ ਘਰ ਦਾ ਭਰੋਸਾ ਹੈ। ਸੁਨਿਓ ਜਥਾ ਅਬ ਕਰੋ ਉਚਾਰੀ। ਜੋ ਤੁਸੀਂ ਸੁਣਿਆ ਉਹ ਹੁਣ ਉਚਾਰੋ, ਉਹ ਤੁਸੀਂ ਕਹੋ। ਸੁਨ ਕਲਗੀਧਰ ਤੇ ਦਿਜ ਬਰ ਤਬ। ਪੰਡਤ ਜੀ ਨੇ ਮਹਾਰਾਜ ਜੀ ਦੇ ਬਚਨ ਸੁਣੇ, ਕਲਗੀਧਰ ਜੀ ਦੇ ਬਚਨ ਸੁਣੇ। ਕਰਿਓ ਸੁਨਾਵਨ ਆਸ਼ੇ ਨਿਜ ਸਭ। ਜੋ ਉਹਨਾਂ ਦੇ ਮਨ ਦਾ ਆਸ਼ੇ ਸੀ, ਉਸ ਵਕਤ ਉਹਨਾਂ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਸੁਣਾਇਆ, ਜੋ ਪੰਡਤ ਬ੍ਰਿਜਲਾਲ ਜੀ ਨੇ ਅਨੁਭਵ ਕੀਤਾ ਆਪਣੇ ਅੰਦਰ, ਜੋ ਉਹਨਾਂ ਨੇ ਮਾਣਿਆ, ਉਹ ਮਹਾਰਾਜ ਜੀ ਦੀ ਸਭਾ ਵਿੱਚ ਦੱਸਿਆ ਹੈ। ਸਲੋਕ ਹਰ ਸ਼ਤੁਰਨ ਮਮ ਗ੍ਰਹਿ ਦੀਵਾਰਾ ਤਰੋਏ ਦੁਖ ਦਾਨ। ਕਹਿਣ ਲੱਗੇ, ਸ਼ਲੋਕ ਉਚਾਰਿਆ, ਮੇਰੇ ਸਾਰੇ ਸ਼ਤਰੂਆਂ ਨੂੰ ਗੁਰਦੇਵ ਨੇ ਹਰ ਲਿਆ। ਜਿੰਨੇ ਸ਼ਤਰੂ ਸਨ, ਕਾਮ ਕ੍ਰੋਧ ਆਦਿਕ ਵਿਕਾਰ, ਉਹ ਮੇਰੇ ਗੁਰਦੇਵ ਨੇ ਮੇਰੇ ਦੁਸ਼ਮਣਾਂ ਨੂੰ ਹਰ ਲਿਆ, ਖਤਮ ਕਰ ਦਿੱਤਾ, ਮਾਰ ਦਿੱਤਾ। ਔਰ ਮੇਰੇ ਘਰ ਦੇ ਵਿੱਚ, ਮੇਰੇ ਘਰ ਦੇ ਦੁਆਰ ਵਿੱਚ ਸਤਿਗੁਰੂ ਜੀ ਆ ਗਏ ਹਨ। ਜਦੋਂ ਸੁਪਨੇ ਵਿੱਚ ਆ ਗਏ ਤੇ ਫਿਰ ਹਿਰਦੇ ਰੂਪੀ ਘਰ ਦੇ ਦੁਆਰ ਵਿੱਚ ਆ ਗਏ। ਤੋ ਮੇਰੇ ਘਰ ਦੇ ਦਰਬਾਰ ਦੇ ਵਿੱਚ, ਦੀਵਾਰ ਦੇ ਵਿੱਚ ਉਹ ਆ ਕੇ ਉਹਨਾਂ ਨੇ ਮੇਰੇ ਜਿੰਨੇ ਵੀ ਦੁੱਖ ਸਨ, ਉਹ ਦੁੱਖ ਦਾਲ ਦਿੱਤੇ ਨੇ, ਕੱਟ ਦਿੱਤੇ ਨੇ, ਨਿਰਵਿਰਤ ਕਰ ਦਿੱਤੇ ਹਨ। ਤਰਾਹੇ ਮਾ ਦਰਸਿਓ ਗੁਰ ਸੁਪਨ ਸਲੋਕੋ ਕਤ ਉਕਤਾਵਨ। ਕਹਿੰਦੇ, ਤਰਾਹੇ ਮਮ, ਮੈਂ ਉਹਨਾਂ ਦੀ ਸ਼ਰਨ ਵਿੱਚ ਆ ਡਰ ਕੇ। ਔਰ ਜੋ ਉਸ ਵਕਤ ਉਹਨਾਂ ਦੇ ਸੁਪਨ ਵਿੱਚ ਦਰਸ਼ਨ ਕਰਦਿਆਂ ਮੈਨੂੰ ਸ਼ਲੋਕ ਉਤਰਿਆ, ਜੋ ਸ਼ਲੋਕ ਮੈਂ ਸੁਣਿਆ, ਜੋ ਸ਼ਲੋਕ ਮੈਂ ਅਨੁਭਵ ਕੀਤਾ, ਹੇ ਜਗਤ ਗੁਰੂ ਪਾਤਸ਼ਾਹ, ਉਹ ਪਾਵਨ ਸ਼ਲੋਕ ਮੈਂ ਆਪ ਜੀ ਦੀ ਸ਼ਰਨ ਵਿੱਚ ਉਕਤੀਆਂ ਸਹਿਤ ਵਰਣਨ ਕਰਦਾ ਹਾਂ। ਚੌਪਈ ਇਮ ਪੜਿਓ ਪੰਡਤ ਬ੍ਰਿਜ ਲਾਲ। ਤਾਂ ਜਦੋਂ ਇਹ ਸ਼ਲੋਕ ਪੰਡਤ ਬ੍ਰਿਜ ਲਾਲ ਜੀ ਨੇ ਪੜਿਆ, ਉਨ ਬੋਲਿਓ ਸੰਗਤ ਕੇ ਨਾਲ। ਸਾਰੀ ਸੰਗਤ ਨੂੰ ਬੋਲੇ, ਕਹਿਣ ਲੱਗੇ, ਸ਼੍ਰੀ ਨਾਨਕ ਗੁਰ ਅਰਜਨ ਜੋ। ਧੰਨ ਗੁਰੂ ਨਾਨਕ ਸਾਹਿਬ ਔਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ। ਸਵਪਨ ਵਿਖੇ ਦਰਸੇ ਤਬ ਦੋ। ਮੈਂ ਉਹਨਾਂ ਦੋਨਾਂ ਦੇ ਦਰਸ਼ਨ ਕੀਤੇ ਸੁਪਨੇ ਵਿੱਚ। ਗੁਰੂ ਨਾਨਕ ਸਾਹਿਬ ਦੇ ਵੀ ਦਰਸ਼ਨ ਕੀਤੇ ਨੇ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਵੀ ਦੀਦਾਰ ਕੀਤੇ ਨੇ। ਉਹਨਾਂ ਦੇ ਦਰਸ਼ਨ ਕਰਕੇ ਜੋ ਮੈਂ ਜਪਜੀ ਦਾ ਮਹਾਤਮ ਉੱਥੋਂ ਸੁਣਿਆ, ਉਹਨੂੰ ਸੁਣਨ ਤੋਂ ਬਾਅਦ ਜੋ ਮੇਰੇ ਦਿਮਾਗ ਵਿੱਚ ਸ਼ਲੋਕ ਆਏ ਨੇ, ਕਿਉਂਕਿ ਪੰਡਤ ਜੀ ਸਨ, ਸੰਸਕ੍ਰਿਤ ਵਿੱਚ ਸ਼ਲੋਕ ਉਚਾਰਿਆ ਹੈ, ਉਹ ਅੱਗੇ ਸ਼ਲੋਕ ਆ ਰਿਹਾ ਹੈ। ਆਪ ਜੀ ਅਗਲੇ ਪ੍ਰਸੰਗਾਂ ਵਿੱਚ ਉਹ ਕਥਾ ਸਰਵਣ ਕਰੋਗੇ। ਗੁਰਦੇਵ ਦੀ ਪਾਵਨ ਅੰਮ੍ਰਿਤ ਕਥਾ ਨੂੰ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ। ਜੋ ਲਰ ਦੀਨ ਕੇ ਹੇਤ, ਜੋ ਲਰ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਕੱਟ ਮਰੈ।
ਕਭੂ ਨਾ ਛੱਡ ਖੇਤ, ਕਭੂ ਨਾ ਛੱਡ ਖੇਤ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਏ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਏ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਏ ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ। ਏ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਬਵੇਕ। ਏ ਅਪਰੰਪਰ ਹਰ ਹਰੇ, ਹੈ ਪੀਓਵਣ ਹਾਰ। ਏ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ। ਏ ਠਾਕੁਰ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋਈਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ, ਨਾਨਕ ਓਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।